ਉੱਥੇ ਟੇਬਲ ਤੇ ਆ ਕੇ ਸਾਡੇ ਨਾਲ ਜਿਵੇਂ ਇੱਕ ਬੱਚਾ ਜਿੱਦ ਕਰਨ ਆ ਜਾਂਦਾ ਹੁੰਦਾ, ਸਿਰਫ ਤੇ ਸਿਰਫ ਨੈਗੋਸ਼ੀਏਸ਼ਨ ਇਸ ਗੱਲ ਤੇ ਆ ਰਹੀ ਸੀ ਵੀ ਤੁਸੀਂ ਇਹ ਟ੍ਰੇਨਾਂ ਦੋਨੇ ਚੱਲ ਲੈਣ ਦਿਓ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ। ਲੌਜਿਕ ਹੈ ਪਿੱਛੇ ਵੀ ਪਹਿਲਾਂ ਜਿਹੜੀਆਂ ਹੈਗੀਆਂ ਇਹ ਪੈਸੇਂਜਰ ਮਾਲ ਗੱਡੀਆਂ ਛੱਡੀਆਂ ਜਾਣ, ਫਿਰ ਆਪਾਂ ਇੱਕ ਰਣਨੀਤੀ ਇਹਦੇ ਪਿੱਛੇ ਕੋਈ ਲੌਜਿਕ ਕੰਮ ਕਰ ਰਿਹਾ ਜਾਂ ਫਿਰ ਇੱਕ ਸਿੱਧੀ ਇਹ ਹੈ ਵੀ ਸਰਕਾਰ ਦੇ ਅੜੀਅਲ ਰਵੱਈਏ ਨੂੰ ਢਾਹ ਲਾਉਣੀ ਹੈ ਜਾਂ ਫਿਰ ਜੋ ਉੱਤੇ ਲੱਤ ਕਰਨਾ ਚਾਹੁੰਦੇ ਆ ਵੀ ਉਹਨੂੰ ਆਪਾਂ ਨੇ ਨਹੀਂ ਹੋਣ ਦੇਣਾ। ਇਸ ਮੂਵਮੈਂਟ 'ਚੋਂ ਇੱਕ ਚੀਜ਼ ਬੜੀ ਨਿਕਲ ਕੇ ਆਈ ਵੀ ਨੰਗਲ ਦੇ ਵਿੱਚ ਬਣਦਾ ਯੂਰੀਆ ਸਾਨੂੰ ਐਲੋਕੇਟ ਕਿਉਂ ਨਹੀਂ ਕੀਤਾ ਜਾਂਦਾ ਪੰਜਾਬ ਨੂੰ, ਤੇ ਜਿਹੜਾ ਬਠਿੰਡੇ 'ਚ ਬਣਦਾ ਉਹ ਐਲੋਕੇਟ ਕਿਉਂ ਨਹੀਂ ਕੀਤਾ ਜਾਂਦਾ, ਗੁਜਰਾਤ ਵਾਲਾ ਯੂਰੀਆ ਹੀ ਆ ਕੇ ਇੱਥੇ ਕਿਉਂ ਸਿੱਟਿਆ ਜਾਂਦਾ। ਜਦੋਂ ਵੀ ਕਿਸਾਨ ਜਥੇਬੰਦੀਆਂ ਹੁਣ ਕੋਈ ਮੰਗ ਰੱਖ ਰਹੀਆਂ ਨੇ, ਪੰਜਾਬ ਸਰਕਾਰ ਤਾਂ ਜਦੇ ਗੋਡੇ ਟੇਕ ਰਹੀ ਆ ਵੀ ਕਿਉਂਕਿ ਉਹਨਾਂ ਨੂੰ ਵੀ ਦਿਸ ਰਿਹਾ ਹੈ ਵੀ ਹਾਂ ਇਹਨਾਂ ਦੇ ਅੱਗੇ, ਤੇ ਇਸ ਬਾਰੇ ਤੁਸੀਂ ਰੱਖ ਰਹੇ ਹੋ ਮੰਗ? ਅੱਜ ਮੰਤਰੀ ਤੁਸੀਂ ਸਵੇਰੇ ਭੱਜਦੇ ਨਹੀਂ ਦੇਖੇ ਬਾਹਰ, ਆਪ ਦੀ ਰਣਨੀਤੀ ਕਰਨ ਨੂੰ ਸਟੇਟ ਵਰਸਸ ਸੈਂਟਰ, ਕਿਉਂਕਿ ਦੋਨੇ ਆਪੋਜੀਸ਼ਨ ਪਾਰਟੀਆਂ ਰਾਜ ਕਰ ਰਹੀਆਂ ਨੇ। ਸੈਂਟਰਲ 'ਚ ਸਟੇਟ ਦੀ ਆਪੋਜੀਸ਼ਨ ਕਰ ਰਹੀ ਹੈ ਤੇ ਸਟੇਟ ਦੀ ਆਪੋਜੀਸ਼ਨ ਸੈਂਟਰ 'ਚ ਕਰ ਰਹੀ ਹੈ। ਉਹ ਆਪਣੀ ਰਾਜਨੀਤੀ ਖੇਡ ਰਹੀਆਂ ਸੀ, ਆਪਣੀ ਰਾਜਨੀਤੀ ਸਾਫ਼ ਹੋ ਗਈ ਵੀ ਪੋਲੀਟੀਕਲ ਆਪਣੀ ਕਿਆਸ ਕੱਢਣ ਨੂੰ ਉਹ ਸਾਨੂੰ ਪੀਸ ਰਹੀਆਂ ਨੇ, ਸਾਡੀ ਮੂਵਮੈਂਟ ਨੂੰ ਵਿੱਚ ਲਿਆ ਕੇ ਖਰਾਬ ਕਰ ਰਹੀਆਂ ਨੇ। ਤੁਸੀਂ ਲਗਾਤਾਰ ਇਹ ਵੀ ਕਿਹਾ ਵੀ ਸਾਡੀਆਂ ਜਿਹੜੀਆਂ ਸਟੇਜਾਂ ਹੈ ਉਹਨਾਂ ਦੇ ਉੱਤੇ ਅਸੀਂ ਸਿਆਸੀ ਲੀਡਰਾਂ ਨੂੰ ਬੋਲਣ ਨਹੀਂ ਦੇਣਾ, ਪਰ 26/27 ਦਾ ਜੋ ਐਲਾਨ ਕੀਤਾ ਹੈ, ਜੇਕਰ ਜਿੰਨੀਆਂ ਪਾਰਟੀਆਂ ਹੈਗੀਆਂ ਉਹਨਾਂ ਦੇ ਸਾਰੇ ਪ੍ਰਧਾਨ ਹੀ ਕਹਿ ਰਹੇ ਅਸੀਂ ਕਿਸਾਨਾਂ ਦੇ ਨਾਲ, ਅਸੀਂ ਕਿਸਾਨਾਂ ਦੇ ਨਾਲ, ਤੇ ਜੇਕਰ 26/27 ਦੇ ਇਕੱਠ ਦੇ ਵਿੱਚ ਤੁਹਾਡੇ ਨਾਲ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੁੰਦੇ ਆ ਬਿਨਾਂ ਝੰਡਿਆਂ ਤੋਂ, ਤਾਂ ਕੀ ਜਾ ਸਕਦੇ ਨੇ? ਬਿਲਕੁਲ ਬਿਨਾਂ ਝੰਡੇ ਤੇ ਪਿਛਲੀ ਸੀਟਾਂ 'ਤੇ ਬੈਠ ਕੇ ਜਾਣ। ਕਿਸਾਨ ਭਵਨ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਕੇ ਹਟੀ ਹੈ ਤੇ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਇੱਕ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਅੜੀਆਂ ਹੋਈਆਂ ਨੇ ਵੀ ਪਹਿਲਾਂ ਮਾਲ ਗੱਡੀਆਂ ਚਲਾਈਆਂ ਜਾਣ, ਤੇ ਦੂਜੇ ਪਾਸੇ ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਆਵਾਜ਼ਾਂ ਜਾਂ ਫਿਰ ਕੁਝ ਸਰਕਾਰ ਦੇ ਵਿੱਚੋਂ ਵੀ ਆਵਾਜ਼ਾਂ ਆ ਰਹੀਆਂ ਨੇ ਵੀ ਕਿਸਾਨ ਜਥੇਬੰਦੀਆਂ ਜੋ ਮਾਲ ਗੱਡੀਆਂ ਦੀ ਜਿੱਦ ਦੇ ਉੱਤੇ ਅੜੀਆਂ ਹੋਈਆਂ ਨੇ ਤਾਂ ਉਸ ਦੇ ਵਿੱਚ ਜਿਹੜਾ ਵਤੀਰਾ ਹੈਗਾ ਕੁਝ ਨਰਮ ਕਰਨਾ ਚਾਹੀਦਾ। ਪੈਸੇਂਜਰ ਗੱਡੀਆਂ ਨੂੰ ਵੀ ਜਿਹੜੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ ਤਾਂ ਜੋ ਨੁਕਸਾਨ ਹੋ ਰਿਹਾ ਉਸ ਦੀ ਭਰਪਾਈ ਕੀਤੀ ਜਾ ਸਕੇ ਜਾਂ ਫਿਰ ਉਸ ਨੁਕਸਾਨ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਸਾਡੇ ਨਾਲ ਹਰਮੀਤ ਸਿੰਘ ਜੀ ਹੈਗੇ ਨੇ, ਗੱਲਬਾਤ ਕਰਦੇ ਹਾਂ। ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ ਜੀ ਤੇ ਕੀ ਰਣਨੀਤੀ ਬਣਾਈ ਗਈ? 13 ਤਰੀਕ ਨੂੰ ਜਿਹੜੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੀਟਿੰਗ ਕੀਤੀ ਗਈ ਸੀ ਸੈਂਟਰ ਸਰਕਾਰ ਤੋਂ। ਸਾਨੂੰ ਕੋਈ ਬਾਹਲੀਆਂ ਆਸ਼ਾਵਾਂ ਨਹੀਂ ਸੀ, ਪਰ ਅਸੀਂ ਇਹ ਸੋਚਦੇ ਸੀ ਵੀ ਕਿਤੇ ਨਾ ਕਿਤੇ ਕੋਈ ਨਰਮ ਵਤੀਰਾ ਅਪਣਾਉਣਗੇ, ਜਿਹੜਾ 1 ਮਹੀਨੇ ਤੋਂ ਉੱਪਰ, 1.5 ਮਹੀਨੇ ਤੋਂ ਉੱਪਰ ਹੋ ਗਿਆ ਸੀ ਅੰਦੋਲਨ। ਪਰ ਸਰਕਾਰ ਨੇ ਲੰਚ ਟਾਈਮ ਤੱਕ ਤਾਂ ਆਪ ਦੀ ਗੱਲ ਰੱਖੀ, ਤੇ ਉਹ ਮੁੜ ਕੇ ਅਸੀਂ ਸਾਡੇ ਬੁਲਾਰਿਆਂ ਨੇ ਉਹ ਪੂਰੀ ਗੱਲ ਰੱਖੀ ਵੀ ਤੁਹਾਡੇ ਜਿਹੜੇ 3 ਕਾਨੂੰਨ ਨੇ, 2 ਆਰਡੀਨੈਂਸ ਨੇ, ਜਿਹੜੇ 2020 ਆਰਡੀਨੈਂਸ ਤੇ ਜਿਹੜਾ ਨਵਾਂ ਆਰਡੀਨੈਂਸ ਕੀਤਾ ਪਰਾਲੀ ਨੂੰ ਅੱਗ ਲਾਉਣ ਵਾਲਾ, 1 ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ, ਵੀ ਇਹਨੂੰ ਵਾਪਸ ਕੀਤੇ ਜਾਣ। ਉਹਨਾਂ ਨੂੰ ਅਸੀਂ ਲਾਜਵਾਬ ਕਰਤਾ ਤੇ ਕੋਈ ਉਹਨਾਂ ਨੂੰ ਕੋਲ ਆਨਸਰ ਨਹੀਂ ਸੀ। ਲੰਚ ਟਾਈਮ ਤੋਂ ਬਾਅਦ ਜਦੋਂ ਗੱਲ ਸ਼ੁਰੂ ਹੋਣ ਲੱਗੀ ਤਾਂ ਜਿਹੜਾ ਵਤੀਰਾ ਰੇਲਵੇ ਮੰਤਰੀ ਦਾ ਸੀ ਉਹ ਇਹੋ ਜਿਹਾ ਲੱਗਿਆ ਵੀ ਬਹੁਤ ਅੜਬ ਵਤੀਰਾ ਹੁੰਦਾ। ਉਹਨਾਂ ਨੇ ਆਪ ਦੀ ਗੱਲ ਰੱਖਣ ਤੋਂ ਬਾਅਦ ਜਿਹੜੀ ਪਿੱਛੇ ਪ੍ਰੈਸ 'ਚ ਆਪਾਂ ਦੇਖ ਰਹੇ ਸੀ ਰੋਜ਼ ਹੀ ਕਿਤੇ ਬਹਿਸ ਵਿਛਾਈਆ ਹੁੰਦੀ ਸੀ, ਜਿਹਨੂੰ ਆਪਾਂ ਵਾਰਦਾਤ ਕਹਿੰਦੇ ਆ ਵੀ ਮੁੱਦੇ ਕੀ ਬਾਤ ਦੇ ਵਿੱਚ ਕਿਤੇ ਆ ਜਾਂਦਾ ਸੀ, ਹੋਰ ਆ ਜਾਂਦਾ ਸੀ। ਉਹ ਜੇ ਦੱਸਿਆ ਜਾਂਦਾ ਸੀ ਬੀਜੇਪੀ ਵੱਲੋਂ ਵੀ ਨਾ ਤਾਂ ਇਹ ਰੇਲ ਗੱਡੀਆਂ ਕਿਸੇ ਸਟੂਡੈਂਟ ਯੂਨੀਅਨ ਦੇ ਹਿਸਾਬ ਨਾਲ ਚਲਾਈਆਂ ਜਾਣਗੀਆਂ, ਨਾ ਇਹ ਜਥੇਬੰਦੀਆਂ ਦੇ ਹਿਸਾਬ ਨਾਲ ਚਲਾਈਆਂ ਜਾਣਗੀਆਂ। ਇਹ ਸਟੇਟ ਸਰਕਾਰ ਘੱਟੋ ਘੱਟ ਕਲੀਅਰੈਂਸ ਦੇਊਗੀ ਤੇ ਸੈਂਟਰ ਸਰਕਾਰ ਉਹ ਕਲੀਅਰੈਂਸ ਦੇ ਉੱਤੇ ਕਾਗਜ਼ੀ ਪੱਤਰਾਂ 'ਤੇ ਚਲਾਈ ਜਾਣਗੀਆਂ। ਇਹ ਚੀਜ਼ ਸਾਬਤ ਹੋ ਗਈ ਵੀ ਸਾਰੀ ਗੱਲ ਇਹ ਝੂਠੀ ਸੀ। ਉੱਥੇ ਟੇਬਲ ਤੇ ਆ ਕੇ ਸਾਡੇ ਨਾਲ ਜਿਵੇਂ ਇੱਕ ਬੱਚਾ ਜਿੱਦ ਕਰਨ ਆ ਜਾਂਦਾ ਹੁੰਦਾ, ਸਿਰਫ ਤੇ ਸਿਰਫ ਨੈਗੋਸ਼ੀਏਸ਼ਨ ਇਸ ਗੱਲ ਤੇ ਆ ਰਹੀ ਸੀ ਵੀ ਤੁਸੀਂ ਇਹ ਟ੍ਰੇਨਾਂ ਦੋਨੇ ਚੱਲ ਲੈਣ ਦਿਓ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ। ਤੇ ਅਸੀਂ ਇਹ ਕਿਹਾ ਵੀ ਤੁਸੀਂ ਪਹਿਲ ਦੇ ਆਧਾਰ ਤੇ ਮਾਲ ਗੱਡੀ ਚਲਾ ਦਿਓ। ਅਸੀਂ 2 ਸਟੈਪ ਪਿੱਛੇ ਜਾ ਚੁੱਕੇ ਹਾਂ। ਪਹਿਲਾਂ ਲਾਈਨਾਂ ਦੇ ਉੱਤੇ ਬੈਠੇ ਸੀ, ਫਿਰ ਅਸੀਂ ਸਟੇਸ਼ਨਾਂ ਦੇ ਉੱਤੇ ਬੈਠ ਕੇ, ਤੇ ਅਸੀਂ ਜਦੋਂ ਸਟੇਸ਼ਨਾਂ ਦੇ ਉੱਤੋਂ ਵੀ ਹੋਇਆ, ਸਾਡੇ ਵਪਾਰ ਮੰਡਲ ਨੇ ਕਿਹਾ ਵੀ ਤੁਹਾਡੇ ਕਾਰਨ ਸਾਡੀ ਗੱਡੀਆਂ ਨਹੀਂ ਚੱਲਦੀਆਂ। ਅਸੀਂ ਆਪਣੇ ਵਪਾਰੀ ਭਰਾਵਾਂ ਨੂੰ ਨਾਰਾਜ਼ ਕਰਦੇ ਹੋਏ ਸਟੇਸ਼ਨਾਂ ਤੋਂ ਬਾਹਰ ਆਪਣਾ ਅੰਦੋਲਨ ਲਿਆਂਦਾ। ਤਾਂ ਜਦੋਂ ਮਾਲ ਗੱਡੀਆਂ ਨਾ ਚਲਾਈਆਂ ਸਫਲ ਹੋ ਗਏ ਵੀ ਤੁਹਾਡੀਆਂ ਹੀ ਵੋਟਾਂ ਪਾਈਆਂ ਹੋਈਆਂ, ਤੁਹਾਡੀ ਸਰਕਾਰ ਤੁਹਾਡੇ ਕੰਮ ਨਹੀਂ ਆ ਰਹੀ, ਤਾਂ ਉਹ ਸਾਡਾ ਸਾਥ ਦੇਣ ਨੂੰ ਤਿਆਰ ਹੋ ਗਏ। ਕੱਲ੍ਹ ਨੂੰ ਵੀ ਇੱਕ ਵਪਾਰੀ ਮੰਡਲ ਨੇ ਬਿਆਨ ਦਿੱਤਾ ਵੀ ਸਰਕਾਰ ਨੂੰ ਜਦੋਂ ਹੁਣ ਕਿਸਾਨ ਸਟੇਸ਼ਨ ਤੋਂ ਬਾਹਰ ਨੇ ਤਾਂ ਫਿਰ ਰੇਲ ਗੱਡੀਆਂ ਕਿਉਂ ਨਹੀਂ ਚਲਾਈਆਂ ਜਾਂਦੀਆਂ, ਜਿੱਦਬਾਜ਼ੀ ਕਿਉਂ ਕੀਤੀ ਜਾਂਦੀ। ਇਸੇ ਉਦਾਹਰਨ ਅੱਜ ਦੀ ਮੀਟਿੰਗ 'ਚ ਜਦੋਂ ਪੂਰਾ ਦੌਰ ਘੁੰਮਿਆ ਤਾਂ ਉਹਦੇ 'ਚ ਇਹ ਫੈਸਲਾ ਹੋਇਆ ਵੀ ਪਹਿਲ ਦੇ ਆਧਾਰ 'ਤੇ ਪਹਿਲਾਂ ਇਹ ਗੱਡੀਆਂ ਚਲਾਈਆਂ ਜਾਣ, ਉਸ ਤੋਂ ਬਾਅਦ ਤੁਰੰਤ ਹੀ
30 ਜਥੇਬੰਦੀਆਂ ਇਕੱਠੇ ਹੋ ਕੇ ਫੈਸਲਾ ਸਵਾਰੀ ਵਾਲੀ ਗੱਡੀ ਤੇ ਲੈ ਲੈਣਗੀਆਂ। ਆਪਣੀ ਇਕਨੋਮੀ ਜ਼ਿਆਦਾ ਮਾਲ ਗੱਡੀ ਤੇ ਟਿਕੀ ਹੋਈ ਆ। ਸਵਾਰੀ ਵਾਲੀ ਗੱਡੀਆਂ 90% ਪੂਰੇ ਭਾਰਤ 'ਚ ਨਹੀਂ ਚੱਲ ਰਹੀਆਂ, ਤਾਂ ਉਹਦੇ 'ਚ ਫਿਰ ਕਿਉਂ ਜਿੱਦਬਾਜ਼ੀ ਕੀਤੀ ਜਾ ਰਹੀ ਹੈ? ਇਹਦਾ ਲੌਜੀਕ ਹੈ ਪਿੱਛੇ ਵੀ ਪਹਿਲਾਂ ਜਿਹੜੀਆਂ ਹੈਗੀਆਂ ਇਹ ਪੈਸੇਂਜਰ ਮਾਲ ਗੱਡੀਆਂ ਛੱਡੀਆਂ ਜਾਣ, ਫਿਰ ਆਪਾਂ ਇੱਕ ਰਣਨੀਤੀ, ਇਹਦੇ ਪਿੱਛੇ ਕੋਈ ਲੌਜਿਕ ਕੰਮ ਕਰ ਰਿਹਾ ਜਾਂ ਫਿਰ ਇੱਕ ਸਿੱਧੀ ਇਹ ਹੈ ਵੀ ਸਰਕਾਰ ਦੇ ਅੜੀਅਲ ਰਵੱਈਏ ਨੂੰ ਢਾਹ ਲਾਉਣੀ ਹੈ, ਜਾਂ ਫਿਰ ਜੋ ਉੱਤੇ ਲੱਤ ਕਰਨਾ ਚਾਹੁੰਦੇ ਆ ਵੀ ਉਹਨੂੰ ਆਪਾਂ ਨੇ ਨਹੀਂ ਹੋਣ ਦੇਣਾ? ਅੜੀਆ ਰੁਪਈਆ ਸੈਂਟਰ ਸਰਕਾਰ ਕਰ ਰਹੀ ਆ। ਜਥੇਬੰਦੀਆਂ ਜਿਸ ਹਿਸਾਬ ਨਾਲ ਚੱਲ ਰਹੀਆਂ ਤੁਹਾਨੂੰ ਲੋਕਾਂ ਤੋਂ ਆਵਾਜ਼ ਪਤਾ ਲੱਗ ਜੂਗੀ। ਇਹ ਲੌਜਿਕ ਆ, ਜਿਹੜਾ ਬਣਿਆ ਮਾਲ ਇੱਥੋਂ ਬਾਹਰ ਜਾਣਾ ਤੇ ਕੱਚਾ ਮਾਲ ਬਾਹਰੋਂ ਆਉਣਾ ਪੰਜਾਬ ਦੇ ਵਿੱਚ, ਤੇ ਸਾਡਾ ਜਿਹੜਾ DAP ਆਉਣਾ ਸੀ ਤੇ ਯੂਰੀਆ ਆਉਣਾ, ਤਾਂ ਉਹ ਜਿਹੜੇ ਮਾਲ ਆਉਣਾ ਸੀ ਉਹਦੇ ਵਾਸਤੇ ਅਸੀਂ ਪਿੱਛੇ ਆਪਣਾ ਅੰਦੋਲਨ ਕੀਤਾ ਸੀ। ਪਰ ਅਸੀਂ ਅੰਦੋਲਨ ਤੋਂ ਗਏ ਨਹੀਂ, ਅਸੀਂ ਸਟੈਪ ਬੈਕ ਕਰਕੇ ਚਲਾਇਆ ਸੀ ਵੀ ਇਹ ਚਲਾਈਆਂ ਜਾਣ। ਅਸੀਂ ਤਾਂ ਇਕਨੋਮੀ ਦੀ ਪੰਜਾਬ ਦੀ ਜਾਂ ਜੰਮੂ ਕਸ਼ਮੀਰ ਦੀ, ਹਿਮਾਚਲ ਦੀ ਇਕਨੋਮੀ ਨੂੰ ਸਮਝ ਗਏ। ਸੈਂਟਰ ਸਰਕਾਰ ਕਿਉਂ ਨਹੀਂ ਸਮਝ ਰਹੀ? ਜਿਹੜੀ ਆਪਣਾ ਨੈਸ਼ਨਲ ਸਿਕਿਉਰਿਟੀ ਆ ਉਹ ਇਹ ਤੇ ਦਾਅ ਤੇ ਲੱਗੀ ਪਈ ਆ। ਜਿਹੜੀ ਇੰਨਾ ਮਿਸ਼ਨ ਇੱਥੇ ਜਾਣਾ ਹੁੰਦਾ ਜਿਹੜਾ ਕਿ ਮੁੜ ਕੇ ਬਰਫ਼ ਪੈਣ ਨਾਲ ਉੱਪਰ ਪਹੁੰਚ ਹੀ ਨਹੀਂ ਸਕਦਾ, ਉਹਨਾਂ ਬਾਰੇ ਖਿਆਲ ਹੀ ਨਹੀਂ ਕੀਤਾ ਜਾ ਰਿਹਾ। ਸਿੱਧੀ ਤੇ ਸਿੱਧੀ ਸੈਂਟਰ ਸਰਕਾਰ ਆਪਣੀ ਪੰਜਾਬ ਦੀ ਜਿਵੇਂ ਆਰਥਿਕ ਘੇਰਾਬੰਦੀ ਕੀਤੀ ਪਹਿਲਾਂ, ਰੂਰਲ ਡਿਵੈਲਪਮੈਂਟ ਬੰਦ ਕਰਕੇ, GST ਬੰਦ ਕਰਕੇ, ਗੱਡੀਆਂ ਬੰਦ ਕਰਕੇ, ਹੁਣ ਇਹ ਪੋਲੀਟੀਕਲ ਰਾਜਨੀਤਿਕ ਘੇਰਾਬੰਦੀ ਕਰ ਰਹੀ ਹੈ। ਬਿਲਕੁਲ ਹਰਮੀਤ ਜੀ, ਪਰ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਜਦੋਂ ਅਸੀਂ ਸਵਾਲ ਕਰਦੇ ਹਾਂ ਵੀ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ ਪੈਸੇਂਜਰ ਟ੍ਰੇਨਾਂ, ਉਹ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਹਾਂ, ਜਥੇਬੰਦੀਆਂ ਦੇ ਕਿਸਾਨ, ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿੰਦੇ। ਪਰ ਕਿਤੇ ਨਾ ਕਿਤੇ ਉਹਨਾਂ ਦਾ ਇਹ ਜਿੱਦਬਾਜ਼ੀ ਸਾਡੇ ਪੰਜਾਬ ਦਾ ਹੀ ਨੁਕਸਾਨ ਕਰ ਰਹੀ ਹੈ। ਯੂਰੀਆ ਦੀ ਕਮੀ ਲਗਾਤਾਰ ਹੁੰਦੀ ਜਾ ਰਹੀ ਹੈ ਤੇ ਕੋਲਾ ਸਾਡੇ ਕੋਲ ਖਤਮ ਹੁੰਦਾ ਜਾ ਰਿਹਾ। ਹਾਲਾਂਕਿ 20 ਦਿਨ ਹੋ ਗਏ ਆ, ਹੁਣ ਬਿਆਨ ਪਹਿਲਾਂ ਆਏ ਸੀ ਵੀ 4 ਦਿਨ ਦਾ ਕੋਲਾ ਬਾਕੀ ਹੈ, ਪਰ ਉਹ ਇਹੀ ਕਹਿ ਰਹੇ ਵੀ ਕੋਲੇ ਦੀ ਵੀ ਖਪਤ ਬਲੈਕ ਆਊਟ ਕਦੇ ਵੀ ਹੋ ਸਕਦਾ। ਕਈ ਚੀਜ਼ਾਂ ਨਵੀਂ ਨਿਕਲ ਕੇ ਆਉਂਦੀਆਂ ਮੂਵਮੈਂਟ ਦੇ ਵਿੱਚੋਂ। ਇਸ ਮੂਵਮੈਂਟ 'ਚੋਂ ਇੱਕ ਚੀਜ਼ ਬੜੀ ਨਿਕਲ ਕੇ ਆਈ ਵੀ ਨੰਗਲ ਦੇ ਵਿੱਚ ਬਣਦਾ ਯੂਰੀਆ ਸਾਨੂੰ ਐਲੋਕੇਟ ਕਿਉਂ ਨਹੀਂ ਕੀਤਾ ਜਾਂਦਾ ਪੰਜਾਬ ਨੂੰ, ਤੇ ਜਿਹੜਾ ਬਠਿੰਡੇ 'ਚ ਬਣਦਾ ਉਹ ਐਲੋਕੇਟ ਕਿਉਂ ਨਹੀਂ ਕੀਤਾ ਜਾਂਦਾ? ਗੁਜਰਾਤ ਵਾਲਾ ਯੂਰੀਆ ਹੀ ਆ ਕੇ ਇੱਥੇ ਕਿਉਂ ਸਿੱਟਿਆ ਜਾਂਦਾ? ਉਹਦਾ ਆਉਣ ਜਾਣ ਦਾ ਭਾੜਾ ਵੀ ਪੈਂਦਾ ਤੇ ਇਹ ਉੱਧਰ ਜਾ ਕੇ ਵਿਕਦਾ ਤੇ ਗੁਜਰਾਤ ਵਾਲਾ ਇੱਧਰ ਵਿਕਦਾ। ਇਹ ਕਿਹੜੀਆਂ ਰਣਨੀਤੀ ਹੈ ਤੇ ਕਿਹੜੀ ਇਹ ਬਿਊਰੋਕਰੇਟ ਨੇ ਕਿਹੜੇ ਫੈਸਲੇ ਲਿੱਤੇ ਹੋਏ ਆ ਜਿਹੜੇ ਅੱਜ ਸਾਬਤ ਹੋ ਰਿਹਾ ਵੀ ਪੰਜਾਬ ਮਾਰੂ ਹੋ ਰਿਹਾ? ਜੇ ਨੰਗਲ 'ਚ ਯੂਰੀਆ ਪੈਦਾ ਹੋ ਸਕਦਾ ਤਾਂ ਉਹ ਐਲੋਕੇਟ ਪੰਜਾਬ 'ਚ ਹੀ ਹੋਣਾ ਚਾਹੀਦਾ। ਕੀ ਸਮਝ ਆਉਂਦੀ ਹੈ ਵੀ ਕਿਉਂ ਨਹੀਂ ਹੋ ਰਿਹਾ ਇਹ ਨੰਗਲ ਦਾ ਯੂਰੀਆ ਪੰਜਾਬ ਦੇ ਵਿੱਚ? ਇਹਦੀ ਬਿਊਰੋਕਰੇਸੀ ਤੇ ਪੋਲੀਟੀਕਲ ਜਿਹੜੀ ਸਾਜ਼ਿਸ਼ਾਂ, ਜਿਹੜੀਆਂ ਰਿਸ਼ਵਤਖੋਰੀਆਂ ਸਭ ਇਹਦੇ ਮੂਹਰੇ ਸਾਬਤ ਆ ਰਹੀਆਂ ਨੇ। ਇੱਕ ਦੱਸੋ, ਜਿਹੜੀ ਚੀਜ਼ ਇੱਥੇ ਪੈਦਾ ਹੋ ਕੇ ਇੱਥੇ ਹੀ ਵਿਕ ਜਾਣੀ ਆ ਉਹਦਾ ਕਿਰਾਇਆ ਘੱਟ ਪੈਣਾ, ਤੇ ਗੁਜਰਾਤ ਜਾ ਕੇ ਜਾਂ ਕਿਸੇ ਹੋਰ ਸਟੇਟ ਜਾ ਕੇ ਵਿਕਦੀ ਆ ਉਹਦਾ ਕਿਰਾਇਆ ਕਿੰਨਾ ਪੈਂਦਾ? ਸਾਨੂੰ ਗੁਜਰਾਤ ਤੋਂ ਮੰਗਾ ਕੇ ਜਿਹੜਾ ਯੂਰੀਆ ਇੱਥੇ ਪਾਉਣਾ ਪੈਂਦਾ, ਸਾਨੂੰ ਉਹਦਾ ਕਿਰਾਇਆ ਫਾਲਤੂ ਪੈਂਦਾ। ਇਹ ਕਿਤੇ ਪੁਰਾਣੀਆਂ ਬਿਊਰੋਕਰੇਟ ਨੇ ਜਾਂ ਪੋਲਿਟਿਕਸ ਨੇ ਪੁਰਾਣੀਆਂ ਕਿੰਨੀਆਂ ਨੀਤੀਆਂ ਗਲਤ ਬਣਾਈਆਂ ਹੋਈਆਂ। ਇਹੋ ਜਿਹੀਆਂ ਕਿੰਨੀਆਂ ਨੀਤੀਆਂ ਨਿਕਲਣਗੀਆਂ ਮੂਵਮੈਂਟ ਦੇ ਵਿੱਚੋਂ ਜਿਹੜੀਆਂ ਪੰਜਾਬ ਲਈ ਘਾਤਕ ਨੇ ਤੇ ਅੱਗੇ ਜਾ ਕੇ ਸਹੀ ਕਰਨ ਵਾਲੀਆਂ ਨੇ। ਘਾਤਕ ਨੇ, ਪਰ ਉਹਨਾਂ ਕਾਨੂੰਨਾਂ ਦੇ ਅੱਗੇ ਇਹ ਛੋਟੀਆਂ ਜਾਪ ਰਹੀਆਂ ਨੇ। ਤੇ ਇਹਨਾਂ ਨੂੰ ਤਾਂ ਹੁਣ ਤੁਸੀਂ ਆਪਣੇ ਸੰਘਰਸ਼ਾਂ ਦੇ ਵਿੱਚ ਹੀ ਇੱਕ ਕਿਉਂਕਿ ਜਦੋਂ ਵੀ ਕਿਸਾਨ ਜਥੇਬੰਦੀਆਂ ਹੁਣ ਕੋਈ ਮੰਗ ਰੱਖ ਰਹੀਆਂ ਨੇ, ਪੰਜਾਬ ਸਰਕਾਰ ਤਾਂ ਜਦੇ ਗੋਡੇ ਟੇਕ ਰਹੀ ਹੈ ਬਈ, ਕਿਉਂਕਿ ਉਹਨਾਂ ਨੂੰ ਵੀ ਦਿਸ ਰਿਹਾ ਹੈ ਵੀ ਹਾਂ ਇਹਨਾਂ ਦੇ ਅੱਗੇ। ਤੇ ਇਸ ਬਾਰੇ ਤੁਸੀਂ ਰੱਖ ਰਹੇ ਹੋ ਮੰਗ? ਅੱਜ ਮੰਤਰੀ ਤੁਸੀਂ ਸਵੇਰੇ ਭੱਜਦੇ ਨਹੀਂ ਦੇਖੇ ਬਾਹਰ, ਸਾਰੇ ਜਿਹੜੇ ਆਏ ਸੀ ਵੀ ਤੁਸੀਂ ਘੇਰਾਬੰਦੀ ਕਰ ਰਹੇ ਹੋ, ਆਰਥਿਕ ਖਰਾਬ ਕਰ ਰਹੇ ਹੋ, ਸੈਂਟਰ ਸਰਕਾਰ ਆਹ ਕਰ ਦਊਗੀ, ਉਹ ਕਰ ਦਊਗੀ। ਤਾਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਗਏ ਤੇ ਉਹ ਆਪਦੇ ਸਵਾਲ ਤੋਂ ਭੱਜੇ ਨੇ। ਜਦੀ ਉਹਨਾਂ ਨੂੰ ਸਵਾਲ ਕੀਤਾ ਗਿਆ ਵੀ ਸੈਂਟਰਾਂ ਦੇ ਉੱਤੇ ਤੁਸੀਂ ਬੰਦ ਕਰਤੀ ਖਰੀਦ, ਵੀ ਉਹ ਪੂਰੀ ਕਰੋ। ਉਹ ਜਦੀ ਸਾਡੀ ਮੀਟਿੰਗ ਚੱਲਦੇ 'ਚ OSD ਦੱਸ ਕੇ ਗਿਆ ਵੀ ਭਾਈ CM ਸਾਹਿਬ ਨਾਲ ਗੱਲ ਹੋ ਗਈ ਵੀ ਇਹ ਚਾਲੂ ਹੋਣਗੀਆਂ, ਇੱਕ ਦਾਣਾ ਖਰੀਦਿਆ ਜਾਊਗਾ। ਜਿਹੜੀ ਤੁਸੀਂ ਕਹਿੰਦੇ ਮੂਵਮੈਂਟ ਉਹ ਫੋਕਲ ਪੁਆਇੰਟ ਦੇ ਵਿੱਚੋਂ ਅੱਜ ਹੀ ਇਹ ਤਾਂ ਮੀਟਿੰਗ ਦੇ ਵਿੱਚ ਹੀ ਫੈਸਲਾ ਕਰਾ ਲਿਆ। ਤੇ ਜਿਹੜੀ ਆ ਦੂਜੀ ਗੱਲ ਯੂਰੀਏ ਦੀ ਆ, ਅੱਜ ਉਹਨਾਂ ਦੀ ਕੰਨਾਂ 'ਚ ਪਾਤੀ ਤੇ ਹੁਣ ਅੱਜ ਉਹਨਾਂ ਨੂੰ ਫੈਸਲੇ ਲੈਣੇ ਪੈਣਗੇ। ਇਹ ਪਾਲਿਸੀਜ਼ ਕਿਹੜੇ ਹਿਸਾਬ ਨਾਲ ਬਣੀਆਂ ਸੀ, ਕਿਹੜੇ ਹਿਸਾਬ ਨਾਲ ਕੈਂਸਲ ਕਰਨੀਆਂ, ਪੰਜਾਬ ਸਰਕਾਰ ਦੇ ਉੱਤੇ ਆ। ਤੇ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਵੀ 15 ਦਿਨ ਪਹਿਲਾਂ ਬਿਆਨ ਆਉਂਦਾ, 20 ਦਿਨ ਪਹਿਲਾਂ ਵੀ 4 ਦਿਨ ਦਾ ਕੋਲਾ ਹੈ ਜੀ ਬਸ, ਤੇ ਬਾਅਦ ਬਲੈਕ ਆਊਟ ਹੋ ਜਾਣਾ, ਤੇ ਹੁਣ 20 ਦਿਨ ਮਤਲਬ ਕਿ ਕਿਧਰੋਂ ਫੇਰਾ ਪਾ ਕੇ ਕਿਧਰੋਂ ਆਇਆ ਜਾਂ ਫਿਰ ਟਰੱਕਾਂ ਦੇ ਰਾਹੀਂ ਕੋਲਾ ਆਇਆ? ਮਹੀਨਾ ਪਹਿਲਾਂ ਬਿਆਨ ਆ ਰਿਹਾ BJP ਲੀਡਰਾਂ ਦਾ, ਬਰਾਬਰ ਸਾਡੇ GTV ਤੇ ਜਾਂ PTC ਤੇ ਜਾਂ ਕਿਹੜੇ ਵੀ ਮੈਂ ਚੈਨਲ ਬੋਲਣਾ ਨਹੀਂ ਚਾਹੁੰਦਾ ਵੀ ਉਹਨਾਂ ਦੇ ਉੱਤੇ ਜਦੋਂ ਸਾਡੀ ਬਹਿਸ ਹੁੰਦੀ ਹੈ ਕਿਸਾਨ ਬਿਠਾ ਦਿੰਦੇ ਆ, ਦੂਜੇ BJP ਦਾ ਲੀਡਰ ਬਿਠਾ ਦਿੰਦੇ ਆ। ਉਹ ਕਹਿ ਦਿੰਦੇ ਆ ਵੀ ਆਪ ਦੀ ਰਣਨੀਤੀ ਕਰਨ ਨੂੰ, ਸਟੇਟ ਵਰਸਸ ਸੈਂਟਰਲ, ਕਿਉਂਕਿ ਦੋਨੇ ਓਪੋਜੀਸ਼ਨ ਪਾਰਟੀਆਂ ਰਾਜ ਕਰ ਰਹੀਆਂ ਨੇ। ਸੈਂਟਰਲ 'ਚ ਸਟੇਟ ਦੀ ਓਪੋਜੀਸ਼ਨ ਕਰ ਰਹੀ ਆ ਤੇ ਸਟੇਟ ਦੀ ਓਪੋਜੀਸ਼ਨ ਸੈਂਟਰ 'ਚ ਕਰ ਰਹੀ ਆ। ਉਹ ਆਪਣੀ ਰਾਜਨੀਤੀ ਖੇਡ ਰਹੀਆਂ ਸੀ। ਆਪਣੀ ਰਾਜਨੀਤੀ ਸਾਫ਼ ਹੋ ਗਈ ਵੀ ਪੋਲੀਟੀਕਲ ਆਪਣੀ ਕਿਆਸ ਕੱਢਣ ਨੂੰ ਉਹ ਸਾਨੂੰ ਪੀਸ ਰਹੀਆਂ ਨੇ, ਸਾਡੀ ਮੂਵਮੈਂਟ ਨੂੰ ਵਿੱਚ ਲਿਆ ਕੇ ਖਰਾਬ ਕਰ ਰਹੀਆਂ ਨੇ। ਜਿੱਥੇ ਕਿ ਇਹਨਾਂ ਨੂੰ ਰਾਜਨੀਤੀ ਛੱਡ ਕੇ ਅੱਜ ਪੰਜਾਬੀ ਬਣ ਕੇ ਇਹ ਲਾਅ ਬੜੇ ਘਾਤਕ ਨੇ। ਆਪਾਂ ਨੂੰ ਇਹ 'ਤੇ ਬਹੁਤ ਵੱਡਾ ਵਿਚਾਰ ਚਾਹੀਦਾ, ਬਹੁਤ ਵੱਡੀ ਸਪੋਰਟ ਚਾਹੀਦੀ ਹੈ। ਇਸੀ ਸਪੋਰਟ ਲੈਣ ਵਾਸਤੇ ਹੀ ਅਸੀਂ ਸੈਂਟਰਲ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕੀਤਾ
ਕੱਲ ਇੱਥੇ 350 ਜਥੇਬੰਦੀਆਂ ਦੇ ਨੁਮਾਇੰਦੇ ਇਸ ਕਿਸਾਨ ਭਵਨ ਦੇ ਵਿੱਚ ਹੀ ਉਹਨਾਂ ਦੇ ਨੁਮਾਇੰਦੇ ਆਉਣਗੇ ਤੇ ਮੀਟਿੰਗ ਹੋਊਗੀ। ਜਿਹੜੀ 26 ਦਾ ਤੇ 27 ਦਾ ਘਰਾਓ ਆ ਉਹ ਪੂਰੇ ਭਾਰਤ ਭਰ ਦਾ ਐਲਾਨ ਕੀਤਾ ਹੋਇਆ, ਉਹ ਸਾਰਾ ਭਾਰਤ ਦਿੱਲੀ ਆ ਕੇ ਘਰਾਓ ਕਰੂਗਾ। ਇਹ ਗੱਲ ਬੜੀ ਸੰਜੀਦਾ ਹੈਗੀ ਆ, ਇਹਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ਨੂੰ, ਮੈਂ ਨਾਮ ਲੈ ਕੇ ਕਹਿ ਦੇਣਾ, ਅਕਾਲੀ ਨੂੰ, ਕਾਂਗਰਸੀ ਨੂੰ, ਆਪ ਨੂੰ ਜਾਂ ਕੋਈ ਹੋਰ ਸਾਡੇ ਧਿਰ ਹੈਗੇ ਆ ਰਾਜਨੀਤਿਕ, ਸਾਰਿਆਂ ਨੂੰ ਇਹ ਤਾਂ ਸੰਜੀਦਾ ਹੋਣਾ ਚਾਹੀਦਾ ਵੀ ਪੰਜਾਬੀਆਂ ਦੇ ਹੱਕ, ਕਿਉਂਕਿ ਇਹ ਜਗਰਾਫੀਕਲੀ ਹਰਿਆਣਾ ਤੇ ਪੰਜਾਬ ਨੂੰ ਇਸ ਲਾਅ ਦਾ ਜ਼ਿਆਦਾ ਫਰਕ ਪੈਣਾ ਬਾਕੀਆਂ ਨੂੰ ਵੀ ਆ। ਪਰ ਸਾਨੂੰ ਜਦ 52-53% ਅਸੀਂ ਅਨਾਜ ਸਾਰੇ ਭਾਰਤ ਦਾ ਪੈਦਾ ਕਰਕੇ ਵੇਚਦੇ ਆ ਤੇ ਸਾਨੂੰ ਸਭ ਤੋਂ ਵੱਧ ਪੈਣਾ। ਇਹ ਸਾਰੇ ਪੰਜਾਬੀਆਂ ਨੂੰ ਇਹਦਾ ਸਾਥ ਦੇਣਾ ਚਾਹੀਦਾ ਤੇ ਸਾਰੀਆਂ ਜਾਤ ਬਰਾਦਰੀਆਂ ਧਰਮ ਛੱਡ ਕੇ ਅੱਜ ਇਹ ਆਰਥਿਕ ਲੜਾਈ ਜਿਹੜੀ ਲੜ ਰਹੇ ਆ ਇਹਦੇ ਸਾਰਾ ਸਾਥ ਦਿਓ। ਤੁਹਾਡੇ ਮਾਧਿਅਮ ਨਾਲ ਵੀ ਇਹੀ ਕਹਿੰਦੇ ਅਸੀਂ। ਤੁਸੀਂ ਲਗਾਤਾਰ ਇਹ ਵੀ ਕਿਹਾ ਵੀ ਸਾਡੀਆਂ ਜਿਹੜੀਆਂ ਸਟੇਜਾਂ ਹੈ ਉਹਨਾਂ ਦੇ ਉੱਤੇ ਅਸੀਂ ਸਿਆਸੀ ਲੀਡਰਾਂ ਨੂੰ ਬੋਲਣ ਨਹੀਂ ਦੇਣਾ, ਪਰ 26-27 ਦਾ ਜੋ ਐਲਾਨ ਕੀਤਾ ਹੈ, ਜੇਕਰ ਜਿੰਨੀਆਂ ਪਾਰਟੀਆਂ ਹੈਗੀਆਂ ਉਹਨਾਂ ਦੇ ਸਾਰੇ ਪ੍ਰਧਾਨ ਹੀ ਕਹਿ ਰਹੇ ਅਸੀਂ ਕਿਸਾਨਾਂ ਦੇ ਨਾਲ, ਅਸੀਂ ਕਿਸਾਨਾਂ ਦੇ ਨਾਲ, ਤੇ ਜੇਕਰ 26-27 ਦੇ ਇਕੱਠ ਦੇ ਵਿੱਚ ਤੁਹਾਡੇ ਨਾਲ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੁੰਦੇ ਆ ਬਿਨਾਂ ਝੰਡਿਆਂ ਤੋਂ, ਤਾਂ ਕੀ ਜਾ ਸਕਦੇ ਨੇ? ਬਿਲਕੁਲ ਬਿਨਾਂ ਝੰਡੇ ਤੇ ਪਿਛਲੀ ਸੀਟਾਂ 'ਤੇ ਬੈਠ ਕੇ ਜਾਣ। ਹੁਣ ਕਿਸਾਨਾਂ ਦਾ ਸੰਘਰਸ਼ ਹੈ, ਉਹਨੂੰ ਆਪਣੇ ਰਾਜਨੀਤਿਕ ਕੈਰੀਅਰ ਲਈ ਉਹਨੂੰ ਕੈਸ਼ ਨਾ ਕਰਨ, ਆਪਣਾ 20 ਦੇਖ ਕੇ ਨਾ ਜਾਣ, ਉਹ 3 ਲਾਅ ਦੇਖ ਕੇ ਜਾਣ। ਪਰ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਜਦੋਂ ਅਸੀਂ 1 ਤਰੀਕ ਨੂੰ ਇਹ ਟ੍ਰੇਨਾਂ ਬੰਦ ਕੀਤੀਆਂ ਸੀਗੀਆਂ, ਮਾਲ ਗੱਡੀਆਂ ਜਾਂ ਦੂਜੀ ਸਵਾਰੀ ਗੱਡੀਆਂ, ਉਦੋਂ ਸਾਰੀਆਂ ਰਾਜਨੀਤੀ ਬਰਾਬਰ ਦੇ ਪ੍ਰੋਗਰਾਮ ਦੇ ਰਹੀਆਂ ਸੀਗੀਆਂ। ਕੋਈ 1 ਤਰੀਕ ਦਾ ਪ੍ਰੋਗਰਾਮ ਦੇ ਰਹੀ ਸੀ, ਕੋਈ 3 ਤੋਂ 4 5 ਦੇ ਪੰਜਾਬ ਦੇ ਵਿੱਚ ਰਾਹੁਲ ਜੀ ਦਾ ਆਇਆ ਸੀ, ਉਸ ਤੋਂ ਬਾਅਦ ਸਾਰੀਆਂ ਹੰਮ ਗਈਆਂ। ਇਹ ਸਾਬਤ ਕਰਦੀ ਆ ਵੀ ਇਹ ਲੜਾਈ ਕਿਸਾਨਾਂ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ। ਰਾਜਨੀਤੀ ਕਦੀ ਕੋਈ ਲੜਾਈ ਲਾ ਕੇ ਤੁਹਾਨੂੰ ਦਿੰਦੀ ਨਹੀਂ। ਜੇ ਇਹਨਾਂ ਨੇ ਜਿੱਤਣਾ ਹੁੰਦਾ ਤਾਂ ਇਸ ਨੂੰ ਨੁਮਾਇੰਦੇ ਅਸੀਂ ਜਿਤਾ ਕੇ ਭੇਜੇ ਸੀ, ਇਹ ਉਦੋਂ ਫਾਈਲਾਂ ਹੀ ਰੋਕ ਸਕਦੇ ਸੀ। ਇਹਨਾਂ ਦੇ ਕੋਲ ਕਲਮ ਦੀ ਏਡੀ ਵੱਡੀ ਪਾਵਰ ਸੀ, ਉਦੋਂ ਰੋਕ ਸਕਦੇ ਸੀ, ਜਦੋਂ ਨਹੀਂ ਰੋਕੀਆਂ ਇਹਨਾਂ ਨੇ। ਹੁਣ ਇਹਨਾਂ ਨੂੰ ਫੇਰ ਵੀ ਅੱਜ ਵੀ ਜੇ ਅਕਲ ਆ ਗਈ, ਜੇ ਕਿੱਡੀ ਵੱਡੀ ਪਾਰਟੀ ਨੂੰ ਜੇ 25-30 ਸਾਲ ਦਾ ਗੱਠਜੋੜ ਤੋੜ ਸਕਦੀ ਹੈ ਇੱਕ ਪਾਰਟੀ, ਤੇ ਬਾਕੀ ਰਾਜਨੀਤੀ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਵੀ ਪੰਜਾਬ ਦੇ ਹੱਕ ਲਈ ਹੁਣ ਤੁਸੀਂ ਆ ਜਾਓ। ਆਪ ਦੀ ਈਗੋ ਨੂੰ ਛੱਡ ਕੇ ਪਿਛਲੀਆਂ ਲਾਈਨਾਂ 'ਚ ਖੜ੍ਹ ਕੇ ਵੀ ਕਦੀ ਦੇਖ ਲਓ ਵੀ ਕਿਸਾਨੀ ਲੜਾਈ ਕਿਵੇਂ ਲੜੀ ਜਾਂਦੀ ਆ, ਕਿਵੇਂ ਕਿਸਾਨ ਅੱਗੇ ਲੈ ਕੇ ਜਾ ਰਹੇ ਨੇ। ਇੱਕ ਸਪੀਚ ਦੇਣ ਨਾਲ ਹੀ ਕਿਤੇ ਵੱਡੀ ਗੱਲ ਨਹੀਂ ਹੁੰਦੀ। ਤੁਹਾਡਾ ਸਾਥ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਜੇ ਸਾਥ ਦੇਣਗੇ ਹੱਲ ਜਲਦੀ ਹੋ ਜਾਊਗਾ ਜੀ। ਤੇ ਇੱਕ ਹੋਰ ਗੱਲ ਹੈ, ਅੱਜ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਜੀ ਉਗਰਾਹਾਂ ਆਏ ਹੋਏ ਸੀਗੇ, ਉਹ ਇਹ ਕਹਿ ਕੇ ਗਏ ਨੇ ਵੀ ਜਿਹੜੇ ਉਹਨਾਂ ਨੇ ਇੱਕ ਅਪੀਲ ਵਾਲੇ ਪੇਪਰ ਵੰਡੇ ਆ, ਉਹਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਗਿਆ 3 ਸੰਘਰਸ਼ ਕੇਂਦਰ, ਇੱਕ ਉਹਨਾਂ ਦੀ ਜਥੇਬੰਦੀ, 30 ਤੁਹਾਡੀਆਂ ਜਥੇਬੰਦੀਆਂ, ਇੱਕ ਮਜ਼ਦੂਰ ਸੰਘਰਸ਼ ਏਕਤਾ। ਕਹਿੰਦੇ ਆਪਸ ਦੇ ਵਿੱਚ ਇਹਨਾਂ ਦਾ ਤਾਲਮੇਲ ਨਹੀਂ ਲੱਗ ਰਿਹਾ, ਨਾ ਦੇ ਬਰਾਬਰ ਹੈ, ਜਾਂ ਬਲਕਿ ਇੱਥੇ ਤੱਕ ਕਿਹਾ ਗਿਆ ਵੀ ਇਹ ਤਾਂ ਹੈ ਹੀ ਨਹੀਂ ਹੈ, ਵੀ ਇਹ ਤਾਲਮੇਲ ਬਣਾਉਣਾ ਪਊਗਾ ਜੇ ਜਿੱਤਣੇ ਅਸੀਂ ਸੰਘਰਸ਼, ਵੀ ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਹੈ, ਉਹ ਦੇਖਣਾ ਪਊਗਾ। ਹਾਲਾਂਕਿ ਜਥੇਬੰਦੀਆਂ ਕਹਿ ਰਹੀਆਂ ਜੀ ਵੀ ਅਸੀਂ ਤਾਂ ਜੀ ਸਾਰੇ ਇੱਕ ਦੂਜੇ ਦੇ ਤਾਲਮੇਲ 'ਚ। 30 ਜਥੇਬੰਦੀਆਂ ਇੱਕ ਸੁਰ 'ਚੋਂ ਨਿਕਲ ਰਹੀਆਂ ਨੇ, ਇੱਕ ਜਗ੍ਹਾ ਮੀਟਿੰਗ ਕਰ ਰਹੀਆਂ ਨੇ। ਇਹ ਪਹਿਲੇ ਦਿਨ ਤੋਂ ਹੀ ਉਗਰਾਹਾਂ ਜੀ ਤਾਲਮੇਲ ਦੇ ਵਿੱਚ ਸੀ, ਤਾਲਮੇਲ 'ਚ ਹੀ ਆ ਕੇ ਸਾਡੀ ਮੀਟਿੰਗਾਂ 'ਚ ਬੈਠਦੇ ਸੀ। ਮੁੜ ਕੇ ਇਹਨਾਂ ਨੇ ਆਪਣੇ ਪ੍ਰੋਗਰਾਮ ਲੱਗ ਦੇਣੇ ਸ਼ੁਰੂ ਕਰ ਲਏ। ਤੁਹਾਡੀ ਗੱਲ ਠੀਕ ਆ, ਜੇ ਲੜਾਈ ਲੜਨੀ ਆ ਸਾਰਿਆਂ ਨੂੰ ਤਾਲਮੇਲ ਬਣਾ ਲੈਣਾ ਚਾਹੀਦਾ ਤੇ ਇੱਕ ਹੋ ਕੇ ਲੜਾਈ ਲੜਨੀ ਚਾਹੀਦੀ ਆ। ਤੇ ਤੁਹਾਨੂੰ ਲੱਗ ਰਿਹਾ ਵੀ ਜਾਣਬੁੱਝ ਕੇ ਜਿਹੜੇ ਆ ਉਹਨਾਂ ਦਾ ਇਹ ਵੀ ਕਹਿਣਾ ਵੀ ਦਿੱਲੀ ਦੇ ਵਿੱਚ ਜੋ ਮੀਟਿੰਗਾਂ ਕੀਤੀਆਂ ਜਾ ਰਹੀਆਂ, ਕੁਝ ਲੋਕਾਂ ਨੂੰ ਸੱਦੇ ਦਿੱਤੇ ਜਾ ਰਹੇ ਨੇ, ਕੁਝ ਦਾ ਨਾਮ ਨਹੀਂ ਲਿਆ ਜਾਂਦਾ, ਵੀ ਥੋੜ੍ਹਿਆਂ ਨੂੰ ਕਰਕੇ ਆਪਾਂ ਪਾੜਨ ਦੀ ਕੋਸ਼ਿਸ਼ ਕਰੀਏ? ਨਹੀਂ, ਪੰਜਾਬ ਦੀਆਂ ਸਾਰੀ ਜਿਹੜੀ ਜਥੇਬੰਦੀਆਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀਗਾ। ਉਗਰਾਹਾਂ ਸਾਹਿਬ ਵੀ ਸਾਡੇ ਨਾਲ ਮੀਟਿੰਗ ਦੇ ਵਿੱਚ ਹੀ ਸੀ। ਮੀਟਿੰਗ ਸੀਗੇ, ਪਰ ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪਾੜਨ ਦੀ ਤਿਆਰੀ ਜਿਹੜੀ ਹੋ ਗਈ ਹੈ, ਕੁਝ ਜਥੇਬੰਦੀਆਂ ਨੂੰ ਬੁਲਾਇਆ ਜਾਊਗਾ। ਇੱਦਾਂ ਨਹੀਂ ਹੋਣ ਦਿਆਂਗੇ। ਇਹ ਸਿਆਸੀ ਬੰਦੇ ਕਰਦੇ ਹੁੰਦੇ ਆ, ਬਿਊਰੋਕਰੇਟਸ ਕਰਦੇ ਹੁੰਦੇ ਆ, ਏਜੰਸੀਆਂ ਕਰਦੀਆਂ ਹੁੰਦੀਆਂ ਨੇ। ਇਹਨਾਂ ਨੂੰ ਪੰਜਾਬੀਆਂ ਨੂੰ ਤੇ ਜਥੇਬੰਦੀਆਂ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ। ਮਨਦੀਪ ਮੰਨਾ ਦਾ ਇਹ ਵੀ ਕਹਿਣਾ ਹੈ ਵੀ ਜਥੇਬੰਦੀਆਂ ਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਵੀ ਅਸੀਂ ਯਾਰ ਆਪਣੇ ਪੰਜਾਬ ਦੇ ਨੌਜਵਾਨ ਤਾਂ ਪਹਿਲਾਂ ਹੀ ਬੇਰੁਜ਼ਗਾਰ ਸੀ, ਮੌਲ ਦੇ ਅੱਗੇ ਕਹਿੰਦੇ ਇੱਕ ਮੌਲ ਹੈ ਵੱਡਾ, ਉਹ ਮੌਲ ਕਿਸਾਨਾਂ ਨੇ ਸਾਰਾ ਹੀ ਘੇਰ ਲਿਆ, ਸਾਰੇ ਬੰਦ ਹੋ ਗਏ। ਤੇ ਉਹਦੇ ਵਿੱਚ ਕਹਿੰਦੇ ਅੰਬਾਨੀ ਅਡਾਨੀ ਦੇ ਜੋ ਕੋਈ ਰਿਲਾਇੰਸ ਹੈਗਾ ਉਹਨਾਂ ਨੂੰ ਰੋਕ ਲਓ, ਬਾਕੀਆਂ ਨੂੰ ਤਾਂ ਕਹਿੰਦੇ ਉਹ ਦਿਓ, ਕਿਉਂਕਿ ਗਰੀਬ ਲੋਕ ਜੁੜੇ ਹੋਏ। ਇਸ 'ਤੇ ਵਿਚਾਰ ਕੀਤਾ ਜਾਊਗਾ। ਅਗਲੀ ਮੀਟਿੰਗ 'ਚ ਅੱਜ ਆਇਆ ਸੀ, ਇਹ ਵਿਚਾਰ ਹੋਊਗਾ। ਬਿਲਕੁਲ। ਸੋ ਇਹ ਸੀ ਹਰਮੀਤ ਸਿੰਘ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ 26 ਅਤੇ 27 ਤਰੀਕ ਨੂੰ ਦਿੱਲੀ ਵੱਲ ਜਾਣਗੇ, ਤੇ ਨਾਲ ਹੀ ਜਿਹੜੇ ਲੀਡਰ ਲੋਕ ਨੇ ਜਾਂ ਫਿਰ ਜਿਹੜੇ ਇਹ ਦਾਅਵਾ ਕਰ ਰਹੇ ਆ ਵੀ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਆ ਜਾਂ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਆ, ਚਾਹੇ ਉਹ ਸਰਕਾਰ ਦੇ ਬੰਦੇ ਨੇ, ਮੰਤਰੀ ਨੇ, ਲੀਡਰ ਨੇ, ਆਗੂ ਨੇ, ਉਹ ਸਾਰਿਆਂ ਨੂੰ ਸੱਦਾ ਹੈ। ਉਹਨਾਂ ਨੂੰ ਇੱਕ ਪੰਜਾਬੀ ਦੇ ਵਿੱਚ ਜਿਵੇਂ ਕਹਿੰਦੇ ਨਾ ਆਪਾਂ ਚੁੱਲ੍ਹਾ ਨਿਉਂਦਾ, ਤਾਂ ਚੁੱਲ੍ਹਾ ਨਿਉਂਦਾ ਦਿੱਤਾ ਗਿਆ, ਇਹ ਨਿਉਂਦਾ ਦਿੱਤਾ ਗਿਆ, ਇਹ ਸੱਦਾ ਹੈਗਾ ਉਹਨਾਂ ਨੂੰ ਵੀ ਉਹ ਆ ਸਕਦੇ। ਪਰ ਸ਼ਰਤ ਇਹ ਵੀ ਹੈ ਵੀ ਮੂਹਰੇ ਨਹੀਂ ਭਾਈ, ਪਿੱਛੇ ਲੱਗਣਾ ਪੈਣਾ ਹੈ। ਆਪਣੀਆਂ ਝੰਡੀਆਂ ਵਗੈਰਾ ਲਾ ਕੇ ਆਇਓ ਤੇ ਕਿਸਾਨਾਂ ਦੇ ਨਾਲ ਜੇਕਰ ਤੁਸੀਂ ਸੱਚਮੁੱਚ ਦਰਦ ਰੱਖਦੇ ਹੋ ਤਾਂ ਦਿੱਲੀ ਵੱਲ
ਇਸ ਜਥੇਬੰਦੀ ਦੇ ਨਾਲ, ਇਹਨਾਂ ਸਾਰੀਆਂ ਜਥੇਬੰਦੀਆਂ ਦੇ ਨਾਲ ਜ਼ਰੂਰ ਸਹਿਯੋਗ ਦਿਓ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਚੰਡੀਗੜ੍ਹ।